सत श्री अकाल जी सारिਆਂ ਨੂੰ। ਅਸੀਂ ਬਹੁਤ ਗਰੀਬ ਸੀ, ਫਿਰ ਵੀ ਮੇਰੀ ਭੈਣ ਮੈਨੂੰ ਵਧੀਆ ਵਧੀਆ ਖਾਣਾ ਖਵਾਉਂਦੀ ਸੀ। ਪਤਾ ਨਹੀਂ ਉਹਨਾਂ ਕੋਲੋਂ ਇੰਨਾ ਪੈਸਾ ਕਿੱਥੋਂ ਆ ਜਾਂਦਾ ਸੀ। ਅਸੀਂ ਇੱਕ ਮਾਲਕਣ ਦੇ ਘਰ ਕੰਮ ਕਰਦੇ ਸੀ। ਘਰ ਦਾ ਸਾਰਾ ਕੰਮ ਮੈਂ ਕਰਦੀ ਸੀ ਤੇ ਭੈਣ ਮਾਲਕਣ ਦੇ ਨਾਲ ਇੱਕ ਕਮਰੇ ਵਿੱਚ ਬੰਦ ਹੋ ਜਾਂਦੀ ਸੀ ਤੇ 2-3 ਘੰਟੇ ਬਾਅਦ ਹੀ ਨਿਕਲਦੀ। ਜਦੋਂ ਉਹ ਨਿਕਲਦੀ ਤਾਂ ਬਿਲਕੁਲ ਪਸੀਨੋ ਪਸੀਨੀ ਹੁੰਦੀ ਤੇ ਬਹੁਤ ਥੱਕੀ ਹੋਈ ਲੱਗਦੀ ਸੀ। ਉਸ ਦੀਆਂ ਅੱਖਾਂ ਵੀ ਲਾਲ ਹੋ ਚੁੱਕੀਆਂ ਹੁੰਦੀਆਂ ਸੀ। ਫਿਰ ਇੱਕ ਦਿਨ ਜਦੋਂ ਮੈਂ ਕਮਰੇ ਦੇ ਅੰਦਰ ਝਾਕ ਕੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉੱਥੇ ਮੇਰੀ ਭੈਣ ਮਾਲਕਣ ਦੇ ਨਾਲ। ਮੈਂ ਇੱਕ ਗਰੀਬ ਘਰ ਵਿੱਚ ਜਨਮ ਲਿਆ ਸੀ। ਮੇਰੀ ਭੈਣ ਇੱਕ ਵੱਡੇ ਬੰਗਲੇ ਵਿੱਚ ਨੌਕਰੀ ਕਰਦੀ ਸੀ। ਮੇਰੇ ਮੰਮੀ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ ਸਨ। ਮੇਰੀ ਮੰਮੀ ਪਾਪਾ ਦੀ ਮੌਤ ਹੋਏ ਕਈ ਸਾਲ ਹੋ ਚੁੱਕੇ ਸਨ। ਇਸ ਲਈ ਮੇਰੀ ਭੈਣ ਤੇ ਮੈਂ ਇਕੱਲੇ ਹੀ ਰਹਿੰਦੇ ਸੀ। ਮੈਂ ਆਪਣੀ ਗਵਾਂਢਣ ਚਾਚੀ ਦੇ ਘਰ ਵਿੱਚ ਹੀ ਖੇਡਦੀ ਰਹਿੰਦੀ ਸੀ। ਜਦੋਂ ਮੈਂ 17 ਸਾਲ ਦੀ ਹੋਈ ਤਾਂ ਮੇਰੀ ਭੈਣ ਮੈਨੂੰ ਵੀ ਆਪਣੇ ਨਾਲ ਕੰਮ 'ਤੇ ਲੈ ਜਾਂਦੀ। ਮੈਂ ਪਹਿਲਾਂ ਵੀ ਕਦੇ-ਕਦੇ ਭੈਣ ਦੇ ਨਾਲ ਬੰਗਲੇ ਵਿੱਚ ਚਲੀ ਜਾਂਦੀ ਸੀ, ਪਰ ਕੰਮ ਨਹੀਂ ਕਰਦੀ ਸੀ। ਪਰ ਅੱਜ ਜਿੱਥੇ ਮੇਰੀ ਭੈਣ ਮੈਨੂੰ ਲੈ ਕੇ ਗਈ ਸੀ ਉਹ ਕੋਈ ਦੂਜਾ ਬੰਗਲਾ ਸੀ। ਮੈਂ ਭੈਣ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ, ਇਸ ਘਰ ਦੀ ਮਾਲਕਣ ਚੰਗੇ ਪੈਸੇ ਦੇ ਰਹੀ ਆ। ਜਦੋਂ ਭੈਣ ਮੈਨੂੰ ਲੈ ਕੇ ਗਈ ਉਦੋਂ ਮਾਲਕਣ ਸਾਹਮਣੇ ਵਿਹੜੇ 'ਚ ਬੈਠੀ ਸੀ। ਮੇਰੀ ਭੈਣ ਨੂੰ ਦੇਖ ਕੇ ਉਸ ਔਰਤ ਦੇ ਚਿਹਰੇ 'ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ ਗਈ। ਮੇਰੀ ਭੈਣ ਨੇ ਉਸ ਔਰਤ ਨਾਲ ਜਾਣ ਪਹਿਚਾਣ ਕਰਵਾਈ। ਉਸ ਔਰਤ ਨੇ ਅਜੀਬ ਨਜ਼ਰਾਂ ਨਾਲ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਬੜੇ ਧਿਆਨ ਨਾਲ ਦੇਖਿਆ। ਮੈਨੂੰ ਉਸ ਦਾ ਇਸ ਤਰ੍ਹਾਂ ਦੇਖਣਾ ਚੰਗਾ ਨਹੀਂ ਲੱਗਿਆ ਸੀ। ਭੈਣ ਨੇ ਕਿਹਾ, ਅੱਜ ਤੋਂ ਬਾਅਦ ਮੇਰੀ ਭੈਣ ਵੀ ਕੰਮ 'ਤੇ ਆਇਆ ਕਰੇਗੀ। ਉਹ ਕਹਿਣ ਲੱਗੀ, ਇਹ ਤੂੰ ਚੰਗਾ ਕੀਤਾ। ਫਿਰ ਮੇਰੀ ਭੈਣ ਨੇ ਮੈਨੂੰ ਝਾੜੂ ਫੜਾਇਆ ਤੇ ਕਹਿਣ ਲੱਗੀ, ਤੂੰ ਝਾੜੂ ਪੋਚਾ ਲਗਾ ਤੇ ਇਸ ਤੋਂ ਬਾਅਦ ਰਸੋਈ ਸਾਫ਼ ਕਰ ਦੇਵੀਂ, ਫਿਰ ਮੈਂ ਤੈਨੂੰ ਦੂਜਾ ਕੰਮ ਦੱਸਦੀ ਹਾਂ। ਇਹ ਕਹਿ ਕੇ ਭੈਣ ਨੇ ਆਪਣੀ ਮਾਲਕਣ ਦੇ ਵੱਲ ਵੇਖਿਆ ਤੇ ਮਾਲਕਣ ਨੇ ਮੁਸਕਰਾ ਕੇ ਮੇਰੀ ਭੈਣ ਨੂੰ ਕਮਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ ਤੇ ਮੇਰੀ ਭੈਣ ਮਾਲਕਣ ਦੇ ਨਾਲ ਹੀ ਕਮਰੇ ਵਿੱਚ ਚਲੀ ਗਈ ਤੇ ਉਸਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਇੱਕ ਨਜ਼ਰ ਝਾੜੂ 'ਤੇ ਰੱਖੀ ਤੇ ਦੂਜੀ ਬੰਗਲੇ 'ਤੇ। ਲੰਬੀ ਸਾਹ ਭਰਦੇ ਹੋਏ ਪੂਰੇ ਘਰ ਵਿੱਚ ਝਾੜੂ ਲਗਾਉਣ ਲੱਗੀ। ਮੈਨੂੰ ਕੰਮ ਕਰਨ ਦੀ ਆਦਤ ਵੀ ਨਹੀਂ ਸੀ, ਇਸ ਲਈ ਮੈਨੂੰ ਸਫਾਈ ਕਰਨ ਵਿੱਚ ਪੂਰਾ 1 ਘੰਟੇ ਤੋਂ ਉੱਪਰ ਲੱਗ ਗਿਆ ਤੇ ਮੈਂ ਇਹ ਕੰਮ ਕਰਕੇ ਪੂਰੀ ਤਰ੍ਹਾਂ ਨਾਲ ਥੱਕ ਗਈ ਸੀ। ਫਿਰ ਮੈਂ ਰਸੋਈ ਵਿੱਚ ਆਈ ਤੇ ਪੂਰੀ ਰਸੋਈ ਗੰਦੀ ਪਈ ਸੀ। ਮੈਂ ਪਹਿਲਾਂ ਤੋਂ ਬਹੁਤ ਜ਼ਿਆਦਾ ਥੱਕੀ ਸੀ, ਇਸ ਲਈ ਹੁਣ ਹੋਰ ਕੰਮ ਕਰਨ ਦੀ ਹਿੰਮਤ ਨਹੀਂ ਹੋ ਰਹੀ ਸੀ। ਪਰ ਫਿਰ ਵੀ ਮੈਂ ਹਿੰਮਤ ਕੀਤੀ ਤੇ ਕੰਮ ਵਿੱਚ ਲੱਗ ਗਈ। ਜਲਦੀ ਨਾਲ ਭਾਂਡੇ ਤੇ ਰਸੋਈ ਸਾਫ਼ ਕਰ ਦਿੱਤੀ। ਫਿਰ ਘਰ ਦਾ ਪੂਰਾ ਕੰਮ ਮੈਂ ਕੀਤਾ। ਫਿਰ ਮੇਰੇ ਦਿਮਾਗ ਵਿੱਚ ਇਹ ਖਿਆਲ ਆਉਣ ਲੱਗਿਆ ਕਿ ਜੇ ਸਾਰੇ ਕੰਮ ਮੈਂ ਕਰ ਰਹੀ ਹਾਂ ਤਾਂ ਭੈਣ ਕੀ ਕਰ ਰਹੀ ਆ। ਉਹਨਾਂ ਨੇ ਦਰਵਾਜ਼ਾ ਅੰਦਰ ਤੋਂ ਬੰਦ ਕਿਉਂ ਕਰ ਲਿਆ ਤੇ ਇੰਨੀ ਦੇਰ ਤੋਂ ਕਿਹੜਾ ਕੰਮ ਕਰ ਰਹੀ ਆ ਕਿ ਦਰਵਾਜ਼ਾ ਹੁਣ ਤੱਕ ਨਹੀਂ ਖੋਲ੍ਹਿਆ। ਮੈਨੂੰ ਆਪਣਾ ਕੰਮ ਖਤਮ ਕੀਤੇ ਲਗਭਗ 2 ਘੰਟੇ ਤੋਂ ਉੱਪਰ ਹੋ ਚੁੱਕਿਆ ਸੀ। ਮੇਰਾ ਕੰਮ ਖਤਮ ਹੋ ਚੁੱਕਿਆ ਸੀ, ਇਸ ਲਈ ਮੈਂ ਭੈਣ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਪਰ ਕੁਝ ਦੇਰ ਬਾਅਦ ਭੈਣ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਉਹ ਬੁਰੀ ਤਰ੍ਹਾਂ ਪਸੀਨੇ ਨਾਲ ਭਿੱਜੀ ਹੋਈ ਸੀ। ਉਹ ਮੈਨੂੰ ਕਹਿਣ ਲੱਗੀ ਕਿ ਤੂੰ ਬਾਹਰ ਬੈਠ ਜੇ, ਮੈਂ ਹੁਣੇ ਆਉਂਦੀ ਹਾਂ। ਇਹ ਕਹਿ ਕੇ ਮੇਰੀ ਭੈਣ ਨੇ ਦਰਵਾਜ਼ਾ ਫਿਰ ਤੋਂ ਬੰਦ ਕਰ ਲਿਆ। ਲਗਭਗ 10 ਮਿੰਟ ਬਾਅਦ ਉਹ ਕਮਰੇ ਤੋਂ ਬਾਹਰ ਨਿਕਲੀ। ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸੀ, ਸੁੱਜੀਆਂ ਹੋਈਆਂ ਸੀ। ਬਾਹਰ ਆਉਂਦੇ ਹੀ ਉਹਨਾਂ ਨੇ ਤੁਰੰਤ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਮੈਨੂੰ ਆਪਣੇ ਨਾਲ ਲੈ ਕੇ ਬੰਗਲੇ ਤੋਂ ਬਾਹਰ ਆ ਗਈ। ਮੈਂ ਇਹ ਸੋਚ ਰਹੀ ਸੀ ਕਿ ਭੈਣ ਨੇ ਤਾਂ ਕੋਈ ਕੰਮ ਨਹੀਂ ਕੀਤਾ, ਕਿਉਂਕਿ ਘਰ ਦਾ ਸਾਰਾ ਕੰਮ ਤਾਂ ਮੈਂ ਹੀ ਕੀਤਾ ਸੀ। ਪਰ ਫਿਰ ਵੀ ਭੈਣ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਹੁਤ ਥੱਕ ਚੁੱਕੀ ਆ। ਪਤਾ ਨਹੀਂ ਉਹਨਾਂ ਨੇ ਕਿਹੜਾ ਕੰਮ ਕਮਰੇ ਵਿੱਚ ਬੰਦ ਹੋ ਕੇ ਕੀਤਾ। ਮੇਰੀ ਭੈਣ ਘਰ ਜਾ ਕੇ ਸਭ ਤੋਂ ਪਹਿਲਾਂ ਆਪਣੇ ਕਮਰੇ 'ਚ ਚਲੀ ਗਈ। ਦਰਵਾਜ਼ਾ ਵੀ ਬੰਦ ਕਰ ਲਿਆ। ਮੈਨੂੰ ਬਹੁਤ ਜ਼ੋਰ ਨਾਲ ਭੁੱਖ ਲੱਗ ਰਹੀ ਸੀ, ਕਿਉਂਕਿ ਇੰਨਾ ਸਾਰਾ ਕੰਮ ਕਰਕੇ ਮੈਂ ਬਹੁਤ ਥੱਕ ਗਈ ਸੀ ਤੇ ਪੇਟ ਵੀ ਖਾਲੀ ਹੋ ਗਿਆ ਸੀ। ਘਰ ਵਿੱਚ ਖਾਣਾ ਖਾਣ ਨੂੰ ਕੁਝ ਵੀ ਨਹੀਂ ਸੀ। ਲਗਭਗ 20 ਮਿੰਟਾਂ ਬਾਅਦ ਮੇਰੀ ਭੈਣ ਕਮਰੇ ਤੋਂ ਬਾਹਰ ਆਈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਆ। ਉਹ ਕਹਿਣ ਲੱਗੀ, ਤੂੰ ਜਾ ਕੇ ਚਾਚੀ ਤੋਂ ਸਬਜ਼ੀ ਲੈ ਆ, ਮੈਂ ਤੇਰੇ ਲਈ ਰੋਟੀ ਬਣਾ ਦਿੰਦੀ ਹਾਂ। ਮੈਂ ਚਾਚੀ ਤੋਂ ਸਬਜ਼ੀ ਲੈ ਆਈ। ਉਦੋਂ ਤੱਕ ਭੈਣ ਮੇਰੇ ਲਈ ਰੋਟੀ ਬਣਾ ਚੁੱਕੀ ਸੀ। ਖਾਣਾ ਖਾ ਕੇ ਮੈਂ ਆਰਾਮ ਕਰਨ ਲੱਗੀ। ਅਗਲੇ ਦਿਨ ਭੈਣ ਨੇ ਮੇਰੇ ਲਈ ਪਨੀਰ ਦੀ ਸਬਜ਼ੀ ਬਣਾਈ, ਜੋ ਮੈਨੂੰ ਬਹੁਤ ਪਸੰਦ ਸੀ। ਮੈਂ ਖੂਬ ਮਨ ਨਾਲ ਉਸ ਨੂੰ ਖਾਧਾ ਤੇ ਕੁਝ ਪਨੀਰ ਦੀ ਸਬਜ਼ੀ ਬਚ ਗਈ ਸੀ ਤਾਂ ਭੈਣ ਨੇ ਕਿਹਾ, ਚੰਗਾ, ਕੰਮ ਤੋਂ ਵਾਪਸ ਆ ਕੇ ਬਣਾਉਣਾ ਨਹੀਂ ਪਵੇਗਾ। ਉਸਨੇ ਰੋਟੀ ਵੀ ਬਣਾ ਕੇ ਰੱਖ ਦਿੱਤੀ। ਜਦੋਂ ਕੰਮ ਤੋਂ ਜਾਣ ਦਾ ਸਮਾਂ ਹੋਇਆ ਤਾਂ ਮੈਂ ਕਿਹਾ, ਮੈਂ ਉੱਥੇ ਨਹੀਂ ਜਾਵਾਂਗੀ।
ਉਹ ਘਰ ਇੰਨਾ ਵੱਡਾ, ਮੈਂ ਪੂਰਾ ਕੰਮ ਕਰਕੇ ਥੱਕ ਜਾਂਦੀ ਹਾਂ। ਮੇਰੀ ਭੈਣ ਨੇ ਕਿਹਾ, ਹੁਣ ਤੂੰ ਵੱਡੀ ਹੋ ਗਈ, ਹੁਣ ਤੈਨੂੰ ਵੀ ਇਹ ਸਭ ਆਉਣਾ ਚਾਹੀਦਾ। ਇਹ ਸਭ ਦੀ ਆਦਤ ਪਾਉਣੀ ਪਵੇਗੀ ਤਾਂ ਤੇਰੇ ਲਈ ਚੰਗਾ ਹੋਵੇਗਾ। ਅੱਗੇ ਇਹ ਸਭ ਕਰਨਾ ਹੋਵੇਗਾ ਨਾ, ਇਸ ਲਈ ਹੁਣ ਤੂੰ ਆਦਤ ਪਾ ਲਾ। ਭੈਣ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ, ਪਰ ਹੁਣ ਇਹ ਰੋਜ਼ ਦੀ ਸੀ। ਭੈਣ ਆਪਣੀ ਮਾਲਕਣ ਦੇ ਨਾਲ ਕਮਰੇ ਦੇ ਅੰਦਰ ਚਲੀ ਜਾਂਦੀ ਤੇ ਮੈਂ ਸਾਰਾ ਕੰਮ ਕਰਦੀ। ਮੈਨੂੰ ਆਪਣੀ ਭੈਣ 'ਤੇ ਗੁੱਸਾ ਆਉਣ ਲੱਗਿਆ ਸੀ, ਕਿਉਂਕਿ ਖੁਦ ਕੁਝ ਨਹੀਂ ਕਰਦੀ ਤੇ ਮੇਰੇ ਤੋਂ ਸਾਰਾ ਕੰਮ ਕਰਵਾਉਂਦੀ ਆ। ਪਰ ਮੈਂ ਹੈਰਾਨ ਉਦੋਂ ਹੁੰਦੀ ਜਦੋਂ ਭੈਣ ਕਮਰੇ ਤੋਂ ਬਾਹਰ ਆਉਂਦੀ ਤਾਂ ਪਸੀਨੇ ਨਾਲ ਭਿੱਜੀ ਹੋਈ ਹੁੰਦੀ। ਇਸ ਦੀਆਂ ਅੱਖਾਂ ਲਾਲ ਤੇ ਸੁੱਜੀਆਂ ਹੋਈਆਂ, ਉਹਨਾਂ ਦੇ ਚਿਹਰੇ 'ਤੇ ਥਕਾਵਟ ਸਾਫ਼ ਪਤਾ ਚੱਲਦੀ। ਇੱਕ ਵਾਰ ਜਦੋਂ ਮੈਂ ਭੈਣ ਨੂੰ ਕਹਿ ਦਿੱਤਾ ਕਿ ਤੂੰ ਤਾਂ ਕੋਈ ਕੰਮ ਨਹੀਂ ਕਰਦੀ, ਪਰ ਦੇਖਣ 'ਚ ਇੱਦਾਂ ਲੱਗਦਾ ਜਿਵੇਂ ਪੂਰੇ ਘਰ ਦਾ ਕੰਮ ਤੂੰ ਹੀ ਕਰਦੀ ਆਂ, ਮੈਂ ਕਿਹੜਾ ਆਰਾਮ ਕਰਦੀ ਆਂ। ਫਿਰ ਲੰਮੀ ਸਾਹ ਭਰ ਕੇ ਬੋਲੀ, ਗਰੀਬੀ ਇੱਕ ਬਹੁਤ ਵੱਡੀ ਬਿਮਾਰੀ ਆ, ਜਿਸ ਘਰ ਨੂੰ ਲੱਗ ਜਾਵੇ ਉਸ ਨੂੰ ਬਰਬਾਦ ਕਰ ਦਿੰਦੀ ਆ। ਮੇਰੀ ਭੈਣ ਬਹੁਤ ਖੂਬਸੂਰਤ ਸੀ, ਅਸੀਂ ਲੋਕ ਗਰੀਬ ਸੀ, ਪਰ ਮੇਰੀ ਭੈਣ ਮੈਨੂੰ ਹਰ ਰੋਜ਼ ਉਹ ਚੀਜ਼ ਖਵਾਉਂਦੀ ਸੀ ਜਿਸ ਦੀ ਮੈਂ ਇੱਛਾ ਕਰਦੀ ਸੀ। ਲੋਕ ਤਾਂ ਇਸ ਮਹਿੰਗਾਈ ਦੌਰਾਨ ਸੁੱਕੀ ਰੋਟੀ ਸਬਜ਼ੀ ਖਾਂਦੇ ਸੀ, ਪਰ ਅਸੀਂ ਕਦੇ ਪਨੀਰ, ਕਦੇ ਮਸ਼ਰੂਮ ਤੇ ਕਦੇ ਮਲਾਈ ਕੋਫਤੇ ਖਾਂਦੇ ਸੀ। ਇਹ ਸਾਰੇ ਮੇਰੇ ਮਨਪਸੰਦ ਸੀ। ਜਦੋਂ ਮੈਂ ਭੈਣ ਨੂੰ ਪੁੱਛਦੀ ਇੰਨੇ ਮਹਿੰਗੇ ਮਸ਼ਰੂਮ ਖਰੀਦ ਰਹੀ ਹਾਂ, ਉਹ ਕਹਿਣ ਲੱਗਦੀ ਕਿ ਤੂੰ ਵੀ ਮੇਰੇ ਨਾਲ ਇੰਨੀ ਮਿਹਨਤ ਕਰਕੇ ਕਮਾਉਣ ਲੱਗੀ ਆ ਤਾਂ ਅਸੀਂ ਚੰਗਾ ਖਾਣਾ ਪੀਣਾ ਵੀ ਨਹੀਂ ਖਾ ਸਕਦੇ। ਵੈਸੇ ਵੀ ਇਹ ਸਭ ਤੇਰੀ ਪਸੰਦ ਦਾ, ਤੇਰੇ ਲਈ ਚੰਗੀਆਂ ਚੀਜ਼ਾਂ, ਮਹਿੰਗੇ ਮਹਿੰਗੇ ਸਮਾਨ ਤਾਂ ਨਹੀਂ ਲੈ ਸਕਦੀ, ਪਰ ਤੈਨੂੰ ਚੰਗਾ ਖਾਣਾ ਤਾਂ ਖਵਾ ਹੀ ਸਕਦੀ ਆ। ਮੇਰੀ ਭੈਣ ਦੀ ਖੂਬਸੂਰਤੀ ਹੁਣ ਫਿੱਕੀ ਪੈਣ ਲੱਗੀ ਸੀ। ਫਿਰ ਇੱਕ ਦਿਨ ਮੈਂ ਕੁਝ ਇੱਦਾਂ ਦਾ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਭੈਣ ਅਕਸਰ ਆਪਣੀ ਅਲਮਾਰੀ ਨੂੰ ਜਿੰਦਾ ਲਾ ਕੇ ਰੱਖਦੀ ਸੀ। ਮੈਨੂੰ ਵੀ ਮਨਾ ਕਰਦੀ ਸੀ ਉਸ ਨੂੰ ਖੋਲ੍ਹਣ ਦੇ ਲਈ। ਉਹ ਹਮੇਸ਼ਾ ਬੋਲਦੀ ਸੀ ਕਿ ਮੇਰੀ ਅਲਮਾਰੀ ਨੂੰ ਹੱਥ ਨਹੀਂ ਲਾਉਣਾ, ਪਰ ਉਹ ਅੱਜ ਬਹੁਤ ਜਲਦੀ ਵਿੱਚ ਸੀ। ਮੈਂ ਵੱਡੀ ਹੋ ਰਹੀ ਸੀ, ਇਸ ਲਈ ਭੈਣ ਮੈਨੂੰ ਕਹਿਣ ਲੱਗੀ ਕਿ ਤੂੰ ਹੁਣ ਵੱਡਾ ਜਿਹਾ ਦੁਪੱਟਾ ਚੰਗੀ ਤਰ੍ਹਾਂ ਫੈਲਾ ਕੇ ਜਾਇਆ ਕਰ। ਮੈਂ ਭੈਣ ਦੀ ਅਲਮਾਰੀ ਵਿੱਚੋਂ ਆਪਣੇ ਲਈ ਦੁਪੱਟਾ ਕੱਢਣ ਲੱਗੀ ਤੇ ਉੱਥੇ ਅਲਮਾਰੀ ਦੇ ਅੰਦਰ ਮੈਂ ਇੱਦਾਂ ਦੀ ਚੀਜ਼ ਦੇਖੀ ਜਿਸ ਨੂੰ ਦੇਖ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਹੁਣ ਤਾਂ ਮੈਨੂੰ ਭੈਣ 'ਤੇ ਸ਼ੱਕ ਹੋ ਰਿਹਾ ਸੀ ਤੇ ਉਸ ਸਮੇਂ ਮੇਰੀ ਭੈਣ ਨੂੰ ਮੈਨੂੰ ਬਾਹਰ ਤੋਂ ਆਵਾਜ਼ ਲਗਾਈ। ਮੈਂ ਦੁਪੱਟਾ ਲਿਆ ਤੇ ਕਮਰੇ ਤੋਂ ਬਾਹਰ ਆ ਗਈ। ਭੈਣ ਅੱਜ ਫਿਰ ਤੋਂ ਉਸ ਮਾਲਕ ਦੇ ਕਮਰੇ ਵਿੱਚ ਸੀ, ਪਰ ਮੇਰਾ ਅੱਜ ਕੰਮ ਕਰਨ ਦਾ ਬਿਲਕੁਲ ਵੀ ਮਨ ਨਹੀਂ ਸੀ ਕਰ ਰਿਹਾ। ਮੈਂ ਬਸ ਇਹੀ ਸੋਚ ਰਹੀ ਸੀ ਕਿ ਆਖਰ ਇਹ ਮਾਲਕਣ ਮੇਰੀ ਭੈਣ ਨੂੰ ਰੋਜ਼ ਆਪਣੇ ਕਮਰੇ ਵਿੱਚ ਕਿਉਂ ਲੈ ਕੇ ਜਾਂਦੀ ਆ ਤੇ 2-3 ਘੰਟੇ ਮੇਰੀ ਭੈਣ ਤੋਂ ਕੰਮ ਕਰਵਾਉਂਦੀ ਆ। ਮੇਰੇ ਮਨ ਵਿੱਚ ਬਹੁਤ ਗਲਤ ਖਿਆਲ ਆ ਰਹੇ ਸੀ ਭੈਣ ਨੂੰ ਲੈ ਕੇ, ਕਿਤੇ ਭੈਣ ਕੁਝ ਗਲਤ ਕੰਮ ਤਾਂ ਨਹੀਂ ਕਰਦੀ। ਮੇਰੇ ਕਮਰੇ ਦੇ ਅੰਦਰ ਮੈਂ ਅੱਜ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ, ਬਸ ਥੋੜਾ ਕੰਮ ਕਰ ਦਿੱਤਾ। ਉਸ ਦੇ ਬਾਅਦ ਮਾਲਕਿਨ ਦੇ ਦਰਵਾਜ਼ੇ ਦੇ ਕੋਲ ਜਾ ਕੇ ਖੜੀ ਹੋ ਗਈ ਤੇ ਮੈਂ ਇੱਧਰ ਉੱਧਰ ਦੇਖਿਆ ਕਿ ਸ਼ਾਇਦ ਮੈਨੂੰ ਕੋਈ ਖਿੜਕੀ ਨਜ਼ਰ ਆ ਜਾਵੇ ਜਿਸ ਨਾਲ ਮੈਂ ਅੰਦਰ ਝਾਕ ਕੇ ਦੇਖ ਸਕਾਂ ਕਿ ਭੈਣ ਇੱਦਾਂ ਦਾ ਕੀ ਕਰਦੀ ਆ ਜਿਸ ਨਾਲ ਉਹ ਇੰਨੀ ਥੱਕੀ ਹੋਈ ਰਹਿੰਦੀ ਆ। ਪਰ ਉੱਥੇ ਕੋਈ ਵੀ ਖਿੜਕੀ ਨਹੀਂ ਸੀ। ਫਿਰ ਮੇਰੀ ਨਜ਼ਰ ਜਦੋਂ ਦਰਵਾਜ਼ੇ ਦੇ ਸ਼ੀਸ਼ੇ 'ਤੇ ਪਈ, ਮੈਂ ਉਸ ਦੇ ਅੰਦਰ ਤੋਂ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਲਾਈਟ ਬੰਦ ਸੀ। ਬਸ ਇੱਕ ਬਹੁਤ ਛੋਟਾ ਜਿਹਾ ਬਲਬ ਚੱਲ ਰਿਹਾ ਸੀ ਜਿਸ ਤੋਂ ਕੁਝ ਵੀ ਖਾਸ ਨਜ਼ਰ ਨਹੀਂ ਆ ਰਿਹਾ ਸੀ। ਕਮਰੇ ਵਿੱਚ ਚਾਰੇ ਪਾਸੇ ਹਨੇਰਾ ਸੀ। ਮੈਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਵੇਂ ਪਤਾ ਲਗਾਵਾਂ। ਮੈਂ ਕਈ ਵਾਰ ਭੈਣ ਨੂੰ ਪੁੱਛਿਆ ਕਿ ਉਹ ਆਪਣੇ ਕਮਰੇ ਵਿੱਚ ਜਾ ਕੇ ਕੀ ਕੰਮ ਕਰਦੀ ਆ, ਪਰ ਮੇਰੀ ਭੈਣ ਹਰ ਵਾਰ ਗੱਲ ਨੂੰ ਟਾਲ ਦਿੰਦੀ ਸੀ। ਪਰ ਮੈਂ ਮਨ ਵਿੱਚ ਸੋਚ ਰੱਖਿਆ ਸੀ ਤੇ ਕਿਸੇ ਵੀ ਕੀਮਤ 'ਤੇ ਮੈਂ ਇਹ ਗੱਲ ਜਾਣ ਕੇ ਹੀ ਰਹਾਂਗੀ। ਮੈਂ ਹੁਣ ਵੀ ਉਸ ਸ਼ੀਸ਼ੇ ਨੂੰ ਦੇਖ ਰਹੀ ਸੀ ਕਿ ਮੈਨੂੰ ਲੱਗਿਆ ਜਿਵੇਂ ਮੇਰੇ ਪਿੱਛੇ ਕੋਈ ਚੱਲ ਕੇ ਆਇਆ, ਪਰ ਇਸ ਗੱਲ 'ਤੇ ਮੈਂ ਪੂਰੀ ਤਰ੍ਹਾਂ ਗੌਰ ਨਹੀਂ ਕੀਤੀ ਤੇ ਕਮਰੇ ਦੇ ਅੰਦਰ ਦੇਖਣ ਦੀ ਕੋਸ਼ਿਸ਼ ਕਰਦੀ ਰਹੀ। ਹੁਣ ਮੈਨੂੰ ਇੱਦਾਂ ਲੱਗਿਆ ਕਿ ਕੋਈ ਮੇਰੇ ਪਿੱਛੇ ਆ ਕੇ ਖੜਾ ਹੋ ਗਿਆ, ਪਰ ਮੇਰਾ ਦਿਮਾਗ ਤਾਂ ਕਿਤੇ ਹੋਰ ਹੀ ਲੱਗਿਆ ਹੋਇਆ ਸੀ। ਮੈਂ ਇਹ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮਾਲਕਣ ਦੇ ਘਰ ਵਿੱਚ ਤਾਂ ਕੋਈ ਵੀ ਨਹੀਂ ਆ, ਫਿਰ ਕੌਣ ਹੋ ਸਕਦਾ। ਤੇ ਉਸੇ ਸਮੇਂ ਕਿਸੇ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ। ਮੈਂ ਤਾਂ ਪੂਰੀ ਤਰ੍ਹਾਂ ਨਾਲ ਘਬਰਾ ਗਈ ਤੇ ਇੱਕਦਮ ਪਿੱਛੇ ਹਟੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਸਾਹਮਣੇ ਇੱਕ ਮੁੰਡਾ ਖੜਾ ਸੀ। ਮੈਂ ਬੁਰੀ ਤਰ੍ਹਾਂ ਨਾਲ ਡਰ ਗਈ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਇੰਨੇ ਦਿਨਾਂ ਤੋਂ ਮਾਲਕਣ ਦੇ ਘਰ ਕੰਮ ਕਰ ਰਹੀ ਸੀ, ਪਰ ਮੈਂ ਕਦੇ ਵੀ ਉਸ ਨੂੰ ਨਹੀਂ ਦੇਖਿਆ ਸੀ। ਉਹ ਮੈਨੂੰ ਤਿਰਛੀਆਂ ਨਜ਼ਰਾਂ ਨਾਲ ਘੂਰ ਕੇ ਬੋਲਿਆ, ਇਹ ਕੁੜਗੇ।
ਮੇਰੀ ਮਾਂ ਦੇ ਕਮਰੇ ਵਿੱਚ ਇਸ ਤਰ੍ਹਾਂ ਕਿਉਂ ਝਾਕ ਰਹੀ ਆ? ਮੈਨੂੰ ਲੱਗਿਆ ਕਿ ਜਿਵੇਂ ਮੇਰੀ ਆਵਾਜ਼ ਗਲ ਵਿੱਚ ਹੀ ਕਿਤੇ ਫਸ ਗਈ ਹੋਵੇ। ਉਸਨੇ ਮੈਨੂੰ ਪੁੱਛਿਆ, ਕੌਣ ਆ ਤੂੰ ਤੇ ਇਸ ਤਰ੍ਹਾਂ ਨਾਲ ਕੀ ਕਰ ਰਹੀ ਆ? ਮੈਂ ਕਿਹਾ, ਮੈਂ ਇੱਥੇ ਕੰਮ ਕਰਦੀ ਆ। ਫਿਰ ਉਸਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਮੈਨੂੰ ਘੂਰ ਕੇ ਦੇਖਿਆ ਤਾਂ ਮੈਂ ਕਿਹਾ, ਮੇਰੀ ਭੈਣ ਅੰਦਰ ਆ, ਬਸ ਉਹਨਾਂ ਨੂੰ ਦੇਖ ਰਹੀ ਆ। ਮੇਰੀ ਗੱਲ ਸੁਣ ਕੇ ਉਸਨੇ ਆਪਣਾ ਬੈਗ ਇੱਕ ਪਾਸੇ ਰੱਖਿਆ ਤੇ ਸਾਹਮਣੇ ਪਏ ਸੋਫੇ ਤੇ ਜਾ ਕੇ ਬੈਠ ਗਿਆ। ਆਪਣੇ ਪੈਰ ਸਾਹਮਣੇ ਪਈ ਟੇਬਲ ਤੇ ਰੱਖ ਲਏ। ਫਿਰ ਮੈਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਣ ਲੱਗਿਆ। ਜਦੋਂ ਮੈਂ ਉਸਦੇ ਕੋਲ ਗਈ ਤਾਂ ਕਹਿਣ ਲੱਗਿਆ ਕਿ ਮੇਰੇ ਜੁੱਤੇ ਉਤਾਰ। ਮੈਂ ਇਹ ਸਭ ਸੁਣ ਕੇ ਬਹੁਤ ਹੈਰਾਨ ਹੋਈ, ਕਿਉਂਕਿ ਮੈਂ ਇਸ ਘਰ ਵਿੱਚ ਕੰਮ ਜ਼ਰੂਰ ਕਰਦੀ ਸੀ, ਪਰ ਇਹ ਮੇਰਾ ਕੰਮ ਦਾ ਹਿੱਸਾ ਨਹੀਂ ਸੀ। ਇਸ ਲਈ ਮੈਂ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਕਿਹਾ, ਇਹ ਸਭ ਕੰਮ ਮੈਂ ਨਹੀਂ ਕਰਦੀ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਚੰਗਾ, ਮੇਰੀ ਮਾਂ ਦੇ ਕਮਰੇ ਵਿੱਚ ਝਾਕ ਕੇ ਦੇਖ ਰਹੀ ਸੀ। ਕੀ ਉਹ ਤੇਰੇ ਕੰਮ ਦਾ ਹਿੱਸਾ ਸੀ ਜਾਂ ਫਿਰ ਕੁਝ ਚੋਰੀ ਕਰਨ ਦਾ ਇਰਾਦਾ ਸੀ? ਜੇ ਮੈਂ ਨਾ ਪਹੁੰਚਦਾ ਤਾਂ ਪਤਾ ਨਹੀਂ ਤੂੰ ਕੀ ਕਰਦੀ। ਜੇ ਮੈਂ ਤੇਰੀ ਇਹ ਹਰਕਤ ਮਾਂ ਨੂੰ ਦੱਸ ਦਿੱਤੀ ਤੇ ਉਹ ਤੈਨੂੰ ਹੁਣੇ ਦੇ ਹੁਣੇ ਨੌਕਰੀ ਤੋਂ ਕੱਢ ਦੇਵੇਗੀ। ਉਸ ਦੀ ਗੱਲ ਸੁਣ ਕੇ ਤਾਂ ਜਿਵੇਂ ਮੇਰੇ ਉੱਪਰੋਂ ਸਮਾਨ ਟੁੱਟ ਪਿਆ। ਮੈਂ ਬਹੁਤ ਡਰ ਗਈ। ਮੈਂ ਕਿਹਾ, ਕਿਰਪਾ ਕਰਕੇ ਤੁਸੀਂ ਇੱਦਾਂ ਦਾ ਕੁਝ ਨਾ ਕਰਨਾ, ਮੈਨੂੰ ਨੌਕਰੀ ਦੀ ਬਹੁਤ ਜ਼ਰੂਰਤ ਆ। ਨੌਕਰੀ ਤੋਂ ਬਿਨਾਂ ਅਸੀਂ ਖਾਣ ਪੀਣ ਨੂੰ ਵੀ ਤਰਸ ਜਾਵਾਂਗੇ। ਮੇਰੀ ਗੱਲ ਸੁਣ ਕੇ ਉਹ ਮੈਨੂੰ ਕੁਝ ਨਹੀਂ ਬੋਲਿਆ, ਬਸ ਆਪਣੇ ਪੈਰਾਂ ਦੇ ਜੁੱਤੀਆਂ ਵੱਲ ਇਸ਼ਾਰਾ ਕਰਨ ਲੱਗਿਆ। ਮੈਂ ਬੇਵਸੀ ਨਾਲ ਉਸ ਦੇ ਕੋਲ ਗਈ। ਉਹ ਮੁੰਡਾ ਵੇਖਣ ਵਿੱਚ ਬਿਲਕੁਲ ਮਾਲਕਿਨ ਵਰਗਾ ਲੱਗਦਾ ਸੀ। ਮੈਂ ਉਸ ਦੇ ਜੁੱਤੇ ਉਤਾਰ ਦਿੱਤੇ ਤੇ ਇੱਕ ਪਾਸੇ ਰੱਖ ਦਿੱਤੇ। ਉਸ ਦੇ ਬਾਅਦ ਉਹ ਮੈਨੂੰ ਕਹਿਣ ਲੱਗਿਆ, ਜਾਂ ਤਾਂ ਮੇਰੇ ਲਈ ਪਾਣੀ ਲੈ ਕੇ ਆ। ਮੈਂ ਪਾਣੀ ਲੈਣ ਗਈ ਕਿ ਮਾਲਕਿਨ ਆ ਗਈ ਤੇ ਉਹਨਾਂ ਨੇ ਆਪਣੇ ਮੁੰਡੇ ਨੂੰ ਦੇਖਿਆ। ਮਾਲਕਿਨ ਆਪਣੇ ਮੁੰਡੇ ਨੂੰ ਮਿਲ ਕੇ ਬਹੁਤ ਖੁਸ਼ ਸੀ। ਉਸ ਦਾ ਮੁੰਡਾ ਹੋਸਟਲ ਵਿੱਚ ਰਹਿ ਕੇ ਪੜ੍ਹਾਈ ਕਰਦਾ ਸੀ ਤੇ ਇੱਥੇ ਕੁਝ ਦਿਨ ਛੁੱਟੀ ਮਨਾਉਣ ਲਈ ਆਇਆ ਸੀ। ਮੇਰੀ ਭੈਣ ਹੁਣ ਵੀ ਥੱਕੀ ਤੇ ਪਸੀਨੇ ਨਾਲ ਭੱਜੀ ਹੋਈ ਸੀ। ਉਹ ਮੁੰਡਾ ਸ਼ਾਇਦ ਮੇਰੀ ਭੈਣ ਨੂੰ ਜਾਣਦਾ ਸੀ, ਇਸ ਲਈ ਉਸ ਨੂੰ ਦੇਖ ਕੇ ਨਮਸਤੇ ਬੁਲਾਉਣ ਲੱਗਿਆ। ਮੇਰੀ ਭੈਣ ਨੇ ਵੀ ਨਮਸਤੇ ਦਾ ਜਵਾਬ ਦਿੱਤਾ ਤੇ ਫਿਰ ਭੈਣ ਤੇ ਮੈਂ ਵਾਪਸ ਆ ਗਈਆਂ। ਅਗਲੇ ਦਿਨ ਜਦੋਂ ਮੈਂ ਭੈਣ ਦੇ ਨਾਲ ਕੰਮ ਤੇ ਗਈ ਤਾਂ ਉਹ ਮੁੰਡਾ ਨਾਸ਼ਤਾ ਕਰ ਰਿਹਾ ਸੀ। ਮੇਰੀ ਭੈਣ ਉੱਥੇ ਪਹੁੰਚਦੇ ਹੀ ਹਮੇਸ਼ਾ ਦੀ ਤਰ੍ਹਾਂ ਕਮਰੇ ਦੇ ਅੰਦਰ ਚਲੀ ਗਈ ਤੇ ਮੈਂ ਘਰ ਦੀ ਸਫਾਈ 'ਚ ਲੱਗ ਗਈ। ਉਸ ਸਮੇਂ ਮੈਂ ਨੋਟਿਸ ਕੀਤਾ ਕਿ ਉਹ ਮੁੰਡਾ ਇੱਕਦਮ ਮੈਨੂੰ ਹੀ ਦੇਖੀ ਜਾ ਰਿਹਾ ਸੀ। ਮੈਂ ਤੇ ਮੇਰੀ ਭੈਣ ਅਸੀਂ ਦੋਵੇਂ ਹੀ ਆਪਣੀ ਮਾਂ ਤੇ ਗਈਆਂ ਸੀ। ਮੇਰੀ ਮਾਂ ਬਹੁਤ ਸੋਹਣੀ ਸੀ। ਮੈਂ ਵੀ ਖੂਬਸੂਰਤ ਆਪਣੀ ਮਾਂ ਵਰਗੀ ਸੀ। ਜਦੋਂ ਉਹ ਮੁੰਡਾ ਲਗਾਤਾਰ ਮੈਨੂੰ ਵੇਖੀ ਜਾ ਰਿਹਾ ਸੀ ਤਾਂ ਮੈਂ ਉੱਥੋਂ ਹਟ ਕੇ ਦੂਜੇ ਕਮਰੇ ਵਿੱਚ ਸਫਾਈ ਕਰਨ ਲੱਗੀ। ਫਿਰ ਮੇਰੇ ਨਾਲ ਉਸਨੇ ਕੁਝ ਇੱਦਾਂ ਦਾ ਕੀਤਾ ਜਿਸ ਨਾਲ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਮੁੰਡਾ ਮੇਰੇ ਪਿੱਛੇ ਉਸ ਕਮਰੇ 'ਚ ਆ ਗਿਆ ਤੇ ਫਿਰ ਉਸਨੇ ਦਰਵਾਜ਼ਾ ਵੀ ਅੰਦਰ ਤੋਂ ਬੰਦ ਕਰ ਦਿੱਤਾ। ਮੈਂ ਬਹੁਤ ਡਰ ਗਈ ਸੀ। ਮੇਰਾ ਪੂਰਾ ਸਰੀਰ ਕੰਬ ਰਿਹਾ ਸੀ। ਉਹ ਮੁੰਡਾ ਮੈਨੂੰ ਬੜੀ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ ਤੇ ਹੌਲੀ-ਹੌਲੀ ਮੇਰੇ ਵੱਲ ਵਧ ਰਿਹਾ ਸੀ। ਮੇਰੀ ਤਾਂ ਜਾਨ ਹੀ ਨਿਕਲ ਗਈ। ਉਸ ਦੀ ਇਹ ਹਰਕਤ ਦੇਖ ਕੇ ਮੈਂ ਕਿਹਾ, ਮੈਂ ਬਾਹਰ ਜਾਣਾ, ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ? ਉਹ ਮੇਰੀ ਗੱਲ ਨੂੰ ਜਿਵੇਂ ਸੁਣ ਨਹੀਂ ਰਿਹਾ ਸੀ ਤੇ ਮੇਰੇ ਪੂਰੇ ਸਰੀਰ ਨੂੰ ਬਹੁਤ ਗੰਦੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਉਸ ਦੀਆਂ ਨਜ਼ਰਾਂ ਨਾਲ ਮੇਰੇ ਸਰੀਰ ਵਿੱਚ ਸਨਸਨੀ ਦੌੜ ਪਈ। ਜਦੋਂ ਉਹ ਮੇਰੇ ਬਿਲਕੁਲ ਨੇੜੇ ਆ ਗਿਆ ਤਾਂ ਫਿਰ ਮੇਰੇ ਤੋਂ ਰਿਹਾ ਨਾ ਗਿਆ। ਮੈਂ ਜ਼ੋਰ ਨਾਲ ਰੌਲਾ ਪਾਉਣ ਲੱਗੀ, ਦੀਦੀ ਮੈਨੂੰ ਬਚਾਓ, ਪਰ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਹਿਣ ਲੱਗਿਆ, ਜੇ ਰੌਲਾ ਪਾਇਆ ਤਾਂ ਤੇਰਾ ਗਲਾ ਦਬਾ ਦਊਂਗਾ। ਇਹ ਕਹਿ ਕੇ ਉਸਨੇ ਮੇਰੇ ਮੂੰਹ ਤੋਂ ਹੱਥ ਹਟਾਇਆ ਤੇ ਆਪਣੇ ਕਮਰੇ ਦਾ ਦਰਵਾਜ਼ਾ ਵੀ ਖੋਲ੍ਹ ਦਿੱਤਾ। ਮੈਂ ਭੱਜ ਕੇ ਬਾਹਰ ਆਈ ਤਾਂ ਘਬਰਾਹਟ ਦੇ ਮਾਰੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਉਸ ਸਮੇਂ ਭੈਣ ਵੀ ਕਮਰੇ ਤੋਂ ਬਾਹਰ ਆ ਗਈ ਤੇ ਉਸਨੇ ਜਦੋਂ ਮੈਨੂੰ ਰੋਂਦੇ ਹੋਏ ਦੇਖਿਆ ਤਾਂ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ, ਕੀ ਹੋਇਆ, ਤੂੰ ਰੋ ਕਿਉਂ ਰਹੀ ਆ? ਉਸ ਸਮੇਂ ਮਾਲਕਣ ਵੀ ਉੱਥੇ ਸੀ ਤੇ ਮੈਂ ਉਹਨਾਂ ਦੇ ਸਾਹਮਣੇ ਕੁਝ ਨਹੀਂ ਕਹਿਣਾ ਚਾਹੁੰਦੀ ਸੀ। ਇਸ ਲਈ ਮੈਂ ਬੋਲ ਦਿੱਤਾ ਕਿ ਕੁਝ ਨਹੀਂ, ਮੇਰੀਆਂ ਅੱਖਾਂ 'ਚ ਕੁਝ ਪੈ ਗਿਆ, ਇਸ ਲਈ ਹੰਝੂ ਨਿਕਲ ਰਹੇ ਆ। ਥੋੜ੍ਹੀ ਦੇਰ ਬਾਅਦ ਅਸੀਂ ਘਰ ਆ ਗਏ। ਮੇਰੀ ਭੈਣ ਨੇ ਕਿਹਾ, ਹੁਣ ਦੱਸ ਕੀ ਗੱਲ ਆ? ਮੈਂ ਜਾਣਦੀ ਆ ਤੇਰੀਆਂ ਅੱਖਾਂ 'ਚ ਕੁਝ ਨਹੀਂ ਗਿਆ ਸੀ, ਤੂੰ ਕਿਸੇ ਹੋਰ ਗੱਲ ਦੀ ਵਜ੍ਹਾ ਨਾਲ ਰੋ ਰਹੀ ਆ। ਤੇਰੀ ਭੈਣ ਆ, ਮੈਂ ਇੰਨੀ ਗੱਲ ਵੀ ਨਹੀਂ ਜਾਣ ਪਾਊਂਗੀ। ਹੁਣ ਮੈਨੂੰ ਸੱਚ ਦੱਸ, ਗੱਲ ਕੀ ਆ? ਤੂੰ ਰੋ ਕਿਉਂ ਰਹੀ ਆ? ਜਦੋਂ ਮੇਰੀ ਭੈਣ ਨੇ ਇੰਨੇ ਪਿਆਰ ਨਾਲ ਮੈਨੂੰ ਪੁੱਛਿਆ ਤਾਂ ਮੈਂ ਉਸ ਨਾਲ ਲਿਪਟ ਗਈ ਤੇ ਰੋਂਦੇ ਹੋਏ ਸਭ ਦੱਸ ਦਿੱਤਾ। ਮੇਰੀ ਭੈਣ ਤਾਂ ਇਹ ਸਭ ਸੁਣ ਕੇ ਬਹੁਤ ਗੁੱਸੇ ਹੋ ਗਈ। ਉਸਨੇ ਕਿਹਾ, ਹੁਣੇ ਚੱਲ ਮੇਰੇ ਨਾਲ ਮਾਲਕਣ ਦੇ ਘਰ।
ਉਹਨਾਂ ਦੇ ਘਰ ਕੰਮ ਕਰਦੇ ਹਾਂ ਤਾਂ ਕਿ ਉਹਨਾਂ ਲੋਕਾਂ ਨੂੰ ਆਜ਼ਾਦੀ ਆ ਸਾਡੇ ਨਾਲ ਬੇਇੱਜ਼ਤ ਹੋਣ ਕਰਨ ਦੀ। ਉਸ ਮੁੰਡੇ ਦੀ ਹਿੰਮਤ ਕਿਵੇਂ ਹੋਈ ਮੇਰੇ ਭੈਣ ਨਾਲ ਇਹ ਸਭ ਕਰਨ ਦੀ। ਮੈਂ ਕਿਹਾ ਰਹਿਣ ਦੇ ਭੈਣ, ਕਿਤੇ ਮਾਲਕਣ ਸਾਨੂੰ ਨੌਕਰੀ ਤੋਂ ਨਾ ਕੱਢ ਦੇਵੇ, ਫਿਰ ਅਸੀਂ ਕਿੱਥੇ ਜਾਵਾਂਗੇ। ਪੈਸਿਆਂ ਦੀ ਜ਼ਰੂਰਤ ਹੈ ਸਾਨੂੰ। ਮੇਰੀ ਭੈਣ ਨੇ ਕਿਹਾ ਕੱਢਣਾ ਹੈ ਤਾਂ ਕੱਢ ਦੇਣ, ਪਰ ਕੋਈ ਮੇਰੀ ਭੈਣ ਦੇ ਨਾਲ ਇੱਦਾਂ ਕਰੇ ਇਹ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਕਿਹਾ ਰਹਿਣ ਦੇ ਭੈਣੇ, ਇਸ ਵਾਰ ਜਾਣ ਦੇ। ਜੇ ਉਸਨੇ ਦੁਬਾਰਾ ਇੱਦਾਂ ਕੀਤਾ ਤਾਂ ਆਪਾਂ ਮਾਲਕਣ ਨੂੰ ਦੱਸ ਦੇਵਾਂਗੇ, ਕਿਉਂਕਿ ਤੂੰ ਵੀ ਜਾਣਦੀ ਆ ਕਿ ਇਸ ਘਰ ਦਾ ਕਿਰਾਇਆ ਦੇਣਾ ਹੁੰਦਾ ਏ। ਸਾਨੂੰ ਜੇ ਮਕਾਨ ਮਾਲਕ ਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਸਾਨੂੰ ਘਰ ਤੋਂ ਕੱਢ ਦੇਵੇਗਾ, ਫਿਰ ਅਸੀਂ ਕਿੱਥੇ ਜਾਵਾਂਗੇ। ਘੱਟ ਤੋਂ ਘੱਟ ਹੁਣ ਸਾਡੇ ਸਿਰ 'ਤੇ ਛੱਤ ਤਾਂ ਹੈ। ਇਹ ਗੱਲ ਸੁਣ ਕੇ ਭੈਣ ਨੇ ਕਿਹਾ ਠੀਕ ਆ, ਪਰ ਤੂੰ ਹੁਣ ਉਸ ਘਰ ਵਿੱਚ ਕੰਮ ਕਰਨ ਲਈ ਨਹੀਂ ਜਾਵੇਂਗੀ, ਮੈਂ ਇਕੱਲੇ ਹੀ ਜਾਊਂਗੀ। ਇਹ ਬੋਲ ਕੇ ਭੈਣ ਖਾਣਾ ਬਣਾਉਣ ਲਈ ਰਸੋਈ ਵਿੱਚ ਚਲੀ ਗਈ। ਅਗਲੇ ਦਿਨ ਉਹ ਇਕੱਲੀ ਮਾਲਕਣ ਦੇ ਘਰ ਗਈ। ਮੈਂ ਕਿਹਾ ਦੀਦੀ ਮੈਂ ਵੀ ਚੱਲਦੀ ਹਾਂ, ਪਰ ਭੈਣ ਨੇ ਮੇਰੀ ਇੱਕ ਨਾ ਸੁਣੀ ਤੇ ਇਕੱਲੇ ਚਲੀ ਗਈ। ਜਦੋਂ ਭੈਣ ਕੰਮ ਤੋਂ ਵਾਪਸ ਆਈ ਤਾਂ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਭੈਣ ਕੰਬ ਰਹੀ ਸੀ ਜਿਵੇਂ ਉਹਨਾਂ ਨੂੰ ਠੰਡ ਲੱਗ ਰਹੀ ਹੋਵੇ। ਜਦੋਂ ਮੈਂ ਭੈਣ ਨੂੰ ਹੱਥ ਲਾਇਆ ਤਾਂ ਪਤਾ ਚੱਲਿਆ ਕਿ ਭੈਣ ਨੂੰ ਬਹੁਤ ਤੇਜ਼ ਬੁਖਾਰ ਆ ਤੇ ਉਸ ਨੂੰ ਠੰਡ ਲੱਗ ਰਹੀ ਆ। ਮੈਂ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਕੇ ਗਈ ਤੇ ਉੱਥੇ ਉਹਨਾਂ ਦਾ ਇਲਾਜ ਕਰਵਾਇਆ। ਡਾਕਟਰ ਨੇ ਮੈਨੂੰ ਦੱਸਿਆ ਕਿ ਤੇਰੀ ਭੈਣ ਨੂੰ ਮਲੇਰੀਆ ਹੋਇਆ, ਹੌਲੀ ਹੌਲੀ ਆਰਾਮ ਆਵੇਗਾ। ਮੇਰੀ ਭੈਣ ਹੁਣ ਕੋਈ ਕੰਮ ਨਾ ਕਰੇ ਕਿਉਂਕਿ ਉਹਨਾਂ ਨੂੰ ਆਰਾਮ ਦੀ ਬਹੁਤ ਜ਼ਰੂਰਤ ਆ। ਹਸਪਤਾਲ ਸਰਕਾਰੀ ਸੀ, ਇਸ ਲਈ ਜ਼ਿਆਦਾ ਖਰਚਾ ਨਹੀਂ ਆਇਆ। ਮੇਰੇ ਕੋਲ ਮੇਰੀ ਭੈਣ ਹੀ ਸੀ ਜੋ ਮੇਰੀ ਮਾਂ ਦੇ ਸਮਾਨ ਸੀ। ਜੇ ਉਸ ਨੂੰ ਕੁਝ ਹੋ ਜਾਂਦਾ ਤਾਂ ਮੈਂ ਕਿਵੇਂ ਜੀ ਪਾਉਂਦੀ। ਰੱਬ ਦੀ ਕਿਰਪਾ ਸੀ ਕਿ ਅਗਲੀ ਸਵੇਰ ਤੱਕ ਭੈਣ ਦਾ ਬੁਖਾਰ ਉਤਰ ਗਿਆ, ਪਰ ਕਮਜ਼ੋਰੀ ਬਹੁਤ ਜ਼ਿਆਦਾ ਸੀ। ਫਿਰ ਵੀ ਭੈਣ ਹਸਪਤਾਲ ਨੂੰ ਛੱਡ ਕੇ ਮਾਲਕ ਦੇ ਘਰ ਜਾਣ ਦੇ ਲਈ ਤਿਆਰ ਸੀ। ਮੈਂ ਕਿਹਾ ਭੈਣ ਹੁਣ ਡਾਕਟਰ ਨੇ ਤੈਨੂੰ ਆਰਾਮ ਕਰਨ ਨੂੰ ਬੋਲਿਆ, ਤੂੰ ਮਾਲਕਣ ਦੇ ਘਰ ਨਹੀਂ ਜਾ ਸਕਦੀ, ਪਹਿਲਾਂ ਠੀਕ ਹੋ ਜਾ ਫਿਰ ਜਾਣਾ। ਤਾਂ ਮੇਰੀ ਭੈਣ ਕਹਿਣ ਲੱਗੀ ਕਿ ਨਹੀਂ ਮੈਂ ਛੁੱਟੀ ਨਹੀਂ ਕਰ ਸਕਦੀ। ਉਹ ਤਾਂ ਉੱਠ ਕੇ ਚੱਲਣ ਲੱਗੀ ਤੇ ਜਾਣ ਦੇ ਲਈ ਤਿਆਰ ਸੀ। ਮੇਰੀ ਤਾਂ ਸੌਣੀ ਨਹੀਂ ਰਹੀ ਸੀ। ਮੈਂ ਕਿਹਾ ਇਦਾਂ ਦਾ ਕੀ ਕੰਮ ਆ ਉੱਥੇ ਜੋ ਜਾਣ ਦੇ ਲਈ ਇੰਨੀ ਬੇਤਾਵਾਂ, ਪਰ ਉਸਨੇ ਮੇਰੀ ਗੱਲ ਦਾ ਜਵਾਬ ਨਾ ਦਿੱਤਾ, ਬਸ ਕਮਰੇ ਤੋਂ ਬਾਹਰ ਜਾਣ ਲੱਗੀ। ਮੈਂ ਉਸ ਨੂੰ ਰੋਕਿਆ ਤੇ ਕਿਹਾ ਠੀਕ ਆ, ਇੱਕ ਕੰਮ ਕਰਦੇ ਆ, ਅੱਜ ਮੈਂ ਕੰਮ ਤੇ ਚਲੀ ਜਾਂਦੀ ਆ, ਤੂੰ ਆਰਾਮ ਕਰ। ਮੇਰੀ ਗੱਲ ਸੁਣ ਕੇ ਤਾਂ ਉਹਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਕਹਿਣ ਲੱਗੀ ਮੈਂ ਤੈਨੂੰ ਕਦੇ ਇਕੱਲੇ ਨਹੀਂ ਭੇਜ ਸਕਦੀ। ਹਾਂ ਮੈਂ ਕਿਹਾ ਠੀਕ ਆ, ਤੂੰ ਚੱਲਣਾ ਚਾਹੁੰਦੀ ਆ ਤਾਂ ਚੱਲ, ਪਰ ਤੂੰ ਉੱਥੇ ਕੋਈ ਕੰਮ ਨਹੀਂ ਕਰੇਂਗੀ, ਮੈਂ ਸਾਰਾ ਕੰਮ ਕਰ ਦੇਵਾਂਗੀ, ਬਸ ਤੂੰ ਉੱਥੇ ਇੱਕ ਜਗ੍ਹਾ ਬੈਠੀ ਰਹਿਣਾ। ਮੇਰੀ ਗੱਲ ਸੁਣ ਕੇ ਭੈਣ ਕਹਿਣ ਲੱਗੀ ਠੀਕ ਆ। ਫਿਰ ਅਸੀਂ ਮਾਲਕਣ ਦੇ ਘਰ ਪਹੁੰਚੇ। ਮੈਂ ਉਸ ਨੂੰ ਕਿਹਾ ਕਿ ਉਹ ਇੱਕ ਜਗ੍ਹਾ ਬੈਠ ਜਾਵੇ, ਜਦੋਂ ਤੱਕ ਮੈਂ ਸਾਰੇ ਕੰਮ ਖਤਮ ਨਾ ਕਰ ਲਵਾਂ। ਉਹ ਇੱਕ ਕੋਨੇ 'ਚ ਬੈਠ ਗਈ। ਅੱਜ ਮੈਨੂੰ ਮਾਲਕਣ ਦਾ ਮੁੰਡਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ, ਸ਼ਾਇਦ ਵਾਪਸ ਹੌਸਟਲ ਜਾ ਚੁੱਕਿਆ ਸੀ। ਮੈਂ ਪੂਰੇ ਘਰ ਦੀ ਸਫਾਈ ਕੀਤੀ ਤੇ ਵਾਪਸ ਭੈਣ ਨੂੰ ਆ ਕੇ ਦੇਖਿਆ ਕਿ ਉਸ ਦੀ ਤਬੀਅਤ ਕਿਵੇਂ ਆ। ਭੈਣ ਉਸੇ ਕੋਨੇ 'ਚ ਲੇਟੀ ਹੋਈ ਮਿਲੀ, ਸ਼ਾਇਦ ਕਮਜ਼ੋਰੀ ਦੀ ਵਜ੍ਹਾ ਨਾਲ ਉਸ ਤੋਂ ਉੱਠਿਆ ਨਹੀਂ ਜਾ ਰਿਹਾ ਸੀ। ਜਦੋਂ ਮੈਂ ਦੇਖਿਆ ਕਿ ਉਹ ਸੌਂ ਰਹੀ ਆ ਤਾਂ ਮੈਂ ਉਸ ਨੂੰ ਤੰਗ ਨਹੀਂ ਕੀਤਾ ਤੇ ਸੌਣ ਦਿੱਤਾ ਤੇ ਘਰ ਦੇ ਬਾਕੀ ਕੰਮ ਜਲਦੀ ਜਲਦੀ ਖਤਮ ਕਰਨ ਲੱਗੀ। ਜਦੋਂ ਸਾਰੇ ਕੰਮ ਖਤਮ ਹੋ ਗਏ ਤਾਂ ਮਾਲਕਣ ਕਹਿਣ ਲੱਗੀ ਕਿ ਤੇਰੀ ਭੈਣ ਤਾਂ ਬਹੁਤ ਬਿਮਾਰ ਆ, ਇਸ ਦੇ ਹਿੱਸੇ ਦਾ ਕੰਮ ਕੌਣ ਕਰੇਗਾ। ਇਹ ਗੱਲ ਸੁਣ ਕੇ ਮੈਨੂੰ ਉਸ ਮਾਲਕਣ 'ਤੇ ਬਹੁਤ ਗੁੱਸਾ ਆਇਆ ਕਿ ਮੇਰੀ ਭੈਣ ਬਿਮਾਰ ਹੈ ਤੇ ਇਸ ਨੂੰ ਕੰਮ ਦੀ ਪਈ ਆ। ਮੈਂ ਕਿਹਾ ਭੈਣ ਬਿਮਾਰ ਆ, ਉਹ ਅੱਜ ਤੁਹਾਡਾ ਕੋਈ ਕੰਮ ਨਹੀਂ ਕਰ ਸਕਦੀ। ਇਸ ਗੱਲ 'ਤੇ ਮਾਲਕਣ ਕਹਿਣ ਲੱਗੀ ਕਿ ਮੈਂ ਕੁਝ ਨਹੀਂ ਜਾਣਦੀ, ਮੈਨੂੰ ਆਪਣਾ ਕੰਮ ਪੂਰਾ ਚਾਹੀਦਾ, ਤੇਰੀ ਭੈਣ ਤੋਂ ਨਹੀਂ ਹੁੰਦਾ ਤਾਂ ਤੂੰ ਕਰ। ਮੈਂ ਸੋਚਿਆ ਇਹੀ ਸਹੀ ਮੌਕਾ, ਮੈਨੂੰ ਪਤਾ ਵੀ ਚੱਲ ਜਾਵੇਗਾ ਕਿ ਆਖਿਰ ਅੰਦਰ ਜਾ ਕੇ ਮੇਰੀ ਭੈਣ ਕਰਦੀ ਕੀ ਆ। ਇਹ ਸੋਚ ਕੇ ਮੈਂ ਕਿਹਾ ਠੀਕ ਆ, ਭੈਣ ਵਾਲਾ ਕੰਮ ਮੈਂ ਕਰ ਦਿਆਂਗੀ। ਮੈਂ ਇਹ ਗੱਲ ਜਾਣਨ ਨੂੰ ਬੇਤਾਬ ਸੀ, ਆਖਿਰ ਭੈਣ ਇੰਨੇ ਘੰਟੇ ਕੀ ਕਰਦੀ ਸੀ ਜਿਸ ਦੇ ਲਈ ਮਾਲਕਣ ਉਸ ਨੂੰ ਇੰਨੇ ਸਾਰੇ ਪੈਸੇ ਦੇ ਦਿੰਦੀ ਸੀ, ਕਿਉਂਕਿ ਮੈਂ ਭੈਣ ਦੀ ਅਲਮਾਰੀ ਵਿੱਚ 2-2 ਹਜ਼ਾਰ ਦੇ ਕਈ ਨੋਟ ਰੱਖੇ ਹੋਏ ਦੇਖੇ ਸੀ। ਹੁਣ ਮੈਨੂੰ ਉਸ ਬੰਦ ਦਰਵਾਜ਼ੇ ਦੇ ਪਿੱਛੇ ਦਾ ਰਾਜ਼ ਜਾਣਨਾ ਸੀ। ਮੈਂ ਸੋਚ ਲਿਆ ਸੀ ਕਿ ਅੱਜ ਕੁਝ ਵੀ ਹੋ ਜਾਵੇ ਮੈਂ ਇਹ ਜਾਣ ਕੇ ਰਹਾਂਗੀ ਕਿ ਆਖਿਰ ਭੈਣ ਉਸ ਬੰਦ ਕਮਰੇ ਵਿੱਚ ਕੀ ਕਰਦੀ ਆ। ਮਾਲਕਣ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਜਦੋਂ ਮੈਂ ਮਾਲਕਣ ਦੇ ਕਮਰੇ ਵਿੱਚ ਗਈ ਤਾਂ ਪੂਰੇ ਕਮਰੇ ਵਿੱਚ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਸੀ। ਅੰਦਰ ਜਾਂਦੇ ਹੀ ਮਾਲਕਣ ਨੇ ਇੱਕ ਛੋਟੀ ਜਿਹੀ ਲਾਈਟ ਜਗਾ ਦਿੱਤੀ ਜਿਸ ਦੀ ਬਹੁਤ ਹਲਕੀ ਰੌਸ਼ਨੀ ਸੀ। ਉਸ ਦੇ ਬਾਅਦ ਉਹ ਵਾਸ਼ਰੂਮ ਚਲੀ ਗਈ। ਮੈਂ ਧੜਕਦੇ ਦਿਲ ਨਾਲ ਕਮਰੇ ਵਿੱਚ ਜਾ ਕੇ ਬੈੱਡ 'ਤੇ ਬੈਠ ਗਈ। ਜਦੋਂ ਉਹ ਬਾਹਰ ਆਈ ਤਾਂ ਮੈਂ ਨਾਲ ਹੀ ਬੈੱਡ ਤੋਂ ਉੱਠ ਕੇ ਖੜੀ ਹੋ ਗਈ।
ਉਸਨੇ ਉਸੇ ਕਮਰੇ ਦੇ ਵਿੱਚੋਂ ਇੱਕ ਹੋਰ ਦਰਵਾਜ਼ਾ ਖੋਲ੍ਹਿਆ ਜੋ ਗੈਰ ਕਾਨੂੰਨੀ ਮਸਾਜ ਸੈਂਟਰ ਸੀ। ਮੈਂ ਅੰਦਰ ਜਾਂਦੇ ਹੀ ਹੈਰਾਨ ਰਹਿ ਗਈ। ਉੱਥੇ ਔਰਤਾਂ ਆਦਮੀਆਂ ਦੇ ਮਸਾਜ ਕਰ ਰਹੀਆਂ ਸੀ ਤੇ ਹੋਰ ਵੀ ਬਹੁਤ ਗਲਤ ਕੰਮ ਚੱਲ ਰਿਹਾ ਸੀ, ਜਿਸ ਨੂੰ ਦੇਖ ਕੇ ਮੇਰੇ ਤਾਂ ਹੋਸ਼ ਉੱਡ ਗਏ। ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਭੈਣ ਪਤਾ ਨਹੀਂ ਕਦੋਂ ਦੀ ਇਹ ਕੰਮ ਕਰਦੀ ਪਈ ਸੀ। ਮੈਂ ਹੋਰ ਅੱਗੇ ਜਾ ਕੇ ਦੇਖਿਆ ਤਾਂ ਉਸਦਾ ਇੱਕ ਦਰਵਾਜ਼ਾ ਗਲੀ ਦੇ ਵਿੱਚੋਂ ਦੀ ਨਿਕਲਦਾ ਸੀ ਜੋ ਬਾਹਰੋਂ ਬਿਊਟੀ ਪਾਰਲਰ ਬਣਿਆ ਹੋਇਆ ਸੀ ਤੇ ਪ੍ਰੋਪਰ ਬਿਊਟੀ ਪਾਰਲਰ ਦਾ ਬੋਰਡ ਲੱਗਾ ਹੋਇਆ ਸੀ। ਮੈਂ ਤਾਂ ਹੈਰਾਨ ਸੀ ਕਿ ਬਿਊਟੀ ਪਾਰਲਰ ਦੇ ਨਾਮ ਤੇ ਅੰਦਰ ਕੀ ਕੁਝ ਹੋ ਰਿਹਾ ਸੀ। ਮੈਨੂੰ ਮਾਲਕਣ ਨੇ ਆਵਾਜ਼ ਮਾਰੀ ਤੇ ਇੱਕ ਆਦਮੀ ਦੇ ਕੋਲ ਲਿਜਾ ਕੇ ਖੜਾ ਕਰ ਦਿੱਤਾ। ਮੈਂ ਉਸੇ ਵੇਲੇ ਨੂੰ ਪਛਤਾ ਰਹੀ ਸੀ ਜਦੋਂ ਮੈਂ ਇੱਥੇ ਆਉਣ ਦੀ ਹਾਮੀ ਭਰੀ। ਮੈਂ ਉਸ ਆਦਮੀ ਦੇ ਕੋਲ ਖੜਨ ਸਾਰੀ ਬੇਹੋਸ਼ ਹੋਣ ਦਾ ਨਾਟਕ ਕੀਤਾ ਤੇ ਹੇਠਾਂ ਡਿੱਗ ਪਈ। ਮਾਲਕਣ ਮੈਨੂੰ ਇੱਕ ਕੁੜੀ ਦੀ ਮਦਦ ਨਾਲ ਵਾਪਸ ਆਪਣੇ ਘਰ ਵਿੱਚ ਲੈ ਆਈ। ਮੈਂ 15-20 ਮਿੰਟ ਇਸੇ ਤਰ੍ਹਾਂ ਨਾਟਕ ਕੀਤਾ ਤੇ ਉਸ ਤੋਂ ਬਾਅਦ ਅੱਖਾਂ ਖੋਲ੍ਹਣ ਤੋਂ ਬਾਅਦ ਮਾਲਕਣ ਨੂੰ ਕਿਹਾ, ਜ਼ਿਆਦਾ ਕੰਮ ਕਰਨ ਨਾਲ ਕਮਜ਼ੋਰੀ ਆ ਗਈ ਆ, ਮੈਂ ਕੱਲ੍ਹ ਤੋਂ ਕੰਮ 'ਤੇ ਆ ਜਾਇਆ ਕਰਾਂਗੀ। ਇਹ ਕਹਿ ਕੇ ਮੈਂ ਫਟਾਫਟ ਆਪਣੀ ਦੀਦੀ ਨੂੰ ਉਠਾ ਕੇ ਘਰ ਤੋਂ ਨਿਕਲ ਪਈ। ਘਰ ਜਾ ਕੇ ਦੀਦੀ ਦੇ ਜ਼ੋਰ ਨਾਲ ਥੱਪੜ ਮਾਰਿਆ ਤੇ ਕਿਹਾ, ਤੂੰ ਇਹ ਕਿਹੜੇ ਕੰਮਾਂ 'ਚ ਪਈ ਹੋਈ ਸੀ ਜੋ ਮੈਂ ਅੱਜ ਸਾਰੇ ਜਾਣ ਗਈ ਹਾਂ। ਤਾਂ ਦੀਦੀ ਨੇ ਮੈਨੂੰ ਕਿਹਾ ਕਿ ਮੈਨੂੰ ਮਾफ़ ਕਰ ਦੇ, ਮੇਰੇ ਕੋਲ ਕੋਈ ਰਸਤਾ ਨਹੀਂ ਸੀ। ਮੈਂ ਆਪਣੇ ਦੋਨਾਂ ਦਾ ਪੇਟ ਪਾਲਣ ਦੇ ਲਈ ਇਸ ਕਿੱਤੇ ਨੂੰ ਅਪਣਾਇਆ। ਮੈਂ ਦੀਦੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੂੰ ਉਸ ਘਰ ਵਿੱਚ ਨਹੀਂ ਜਾਵੇਂਗੀ ਤੇ ਆਪਾਂ ਕੋਈ ਹੋਰ ਕੰਮ ਲੱਭ ਲਵਾਂਗੇ। ਫਿਰ ਮੈਂ ਆਪਣੀ ਦੀਦੀ ਨੂੰ ਉੱਥੋਂ ਹਟਾ ਲਿਆ ਤੇ ਕੱਪੜੇ ਦੀ ਦੁਕਾਨ ਉੱਤੇ ਕੰਮ ਕਰਨ ਲੱਗ ਗਈਆਂ। ਪਰ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਦਾ ਸਾਹਮਣਾ ਸਾਨੂੰ ਇੱਥੇ ਵੀ ਕਰਨਾ ਪੈਂਦਾ ਸੀ, ਪਰ ਢਿੱਡ ਦੇ ਲਈ ਇਹ ਸਭ ਸਹਿਣਾ ਪੈਂਦਾ ਸੀ ਕਿਉਂਕਿ ਸਾਡੇ ਅੱਗੇ ਪਿੱਛੇ ਕਮਾਉਣ ਵਾਲਾ ਕੋਈ ਨਹੀਂ ਸੀ। ਅੰਤ ਵਿੱਚ ਇਹੀ ਕਹਾਂਗੀ ਕਿ ਇਕੱਲੀਆਂ ਕੁੜੀਆਂ ਦਾ ਇਸ ਦੁਨੀਆ ਵਿੱਚ ਜੀਣਾ ਬਹੁਤ ਔਖਾ। ਇਹ ਸਮਾਜ ਉਹਨਾਂ ਨੂੰ ਕਿਤੇ ਵੀ ਸਹੀ ਤਰੀਕੇ ਨਾਲ ਕੰਮ ਕਰਨ ਨਹੀਂ ਦਿੰਦਾ। ਕਈ ਵਾਰ ਕੁੜੀਆਂ ਸਹੀ ਹੋਣ ਤਾਂ ਮਾਹੌਲ ਉਹਨਾਂ ਨੂੰ ਗਲਤ ਕਰਨ ਰਸਤੇ ਵਿੱਚ ਪਾ ਦਿੰਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।